ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਗੁਰਮਤਿ ਕਲਾਸ ਵਿੱਚ ਹਾਜ਼ਰ ਹੋਣ ਵਾਲੇ ਵੀਰਾਂ ਭੈਣਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਹਰ ਸੋਮਵਾਰ ਦੀ ਤਰ੍ਹਾਂ ਵੀਰ ਹਰਜੀਤ ਸਿੰਘ ਜੀ ਸਾਡੇ ਨਾਲ ਅਰਦਾਸ ਦੀ ਜੋ ਸ਼ਬਦਾਵਲੀ ਹੈ ਉਸ ਦੀ ਵਿਸਥਾਰ ਸਹਿਤ ਵਿਆਖਿਆ ਸਾਂਝੀ ਸਾਡੇ ਨਾਲ ਕਰਨਗੇ। ਅੱਜ ਦਾ ਜਿਹੜਾ ਫਰੇਜ਼ ਹੈ ਜਿਸ ਤੋਂ ਗੱਲ ਉਹਨਾਂ ਨੇ ਆਰੰਭ ਕਰਨੀ ਹੈ ਉਹ ਹੈ ਸਿੱਖਾਂ ਨੂੰ ਸਿੱਖੀ ਦਾਨ। ਇਸ ਪੈਰੇ ਦੇ ਵਿੱਚ ਹੋਰ ਵੀ ਕਈ ਸਾਰੇ ਦਾਨਾਂ ਦਾ ਜ਼ਿਕਰ ਆਉਂਦਾ ਹੈ। ਸ਼ੁਰੂਆਤ ਹੁੰਦੀ ਹੈ ਸਿੱਖਾਂ ਨੂੰ ਸਿੱਖੀ ਦਾਨ ਤੋਂ। ਆਓ ਸਮਝੀਏ ਕਿ ਸਿੱਖਾਂ ਨੂੰ ਸਿੱਖੀ ਦਾਨ ਮੰਗਣ ਦੀ ਲੋੜ ਕਿਉਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਗੁਰੂ ਜੀ ਦੀ ਅਪਾਰ ਬਖਸ਼ਿਸ਼ ਨਾਲ ਅਸੀਂ ਅਰਦਾਸ ਦੀ ਸ਼ਬਦਾਵਲੀ ਦੀ ਵਿਚਾਰ ਕਰ ਰਹੇ ਹਾਂ। ਪਿਛਲੇ ਹਫ਼ਤੇ ਅਸੀਂ ਖਾਲਸਾ ਜੀ ਕੇ ਬੋਲ ਬਾਲਿਆਂ ਦਾ ਜ਼ਿਕਰ ਕੀਤਾ ਸੀ ਤੇ ਇਹ ਗੱਲ ਸਾਰੀ ਸਮਝ ਵਿੱਚ ਆਈ ਸੀ। ਖਾਲਸਾ ਜੀ ਦੇ ਬੋਲ ਬਾਲੇ ਉਹ ਹਨ ਜੋ ਸੱਚ, ਧਰਮ, ਨਿਆਂ, ਇੱਜ਼ਤ, ਆਬਰੂ, ਅਣਖ ਦੇ ਨਾਲ ਸੰਬੰਧ ਰੱਖਦੇ ਹਨ, ਜਿਨ੍ਹਾਂ ਦੀ ਸ਼ਾਦੀ ਸ਼ਹੀਦੀ ਭਰਤੀ ਹੈ, ਜਿਹੜੇ ਇਹਨਾਂ ਦੇ ਲਈ ਆਪਣੇ ਆਪ ਨੂੰ ਕੁਰਬਾਨ ਕਰ ਜਾਂਦੇ ਹਨ। ਔਰ ਖਾਲਸਾ ਜੀ ਨੇ ਬੋਲ ਬਾਲਿਆਂ ਨੂੰ ਆਪਣੇ ਇਤਿਹਾਸ ਵਿੱਚ ਕਮਾਇਆ ਔਰ ਉਹਨਾਂ ਬੋਲ ਬਾਲਿਆਂ ਨੂੰ ਕਮਾਉਣ ਲਈ ਜਾਂ ਉਹਨਾਂ ਬੋਲ ਬਾਲਿਆਂ ਦੀ ਜਾਚਨਾ ਲਈ ਹੀ ਅਰਦਾਸ ਵਿੱਚ ਕਾਮਨਾ ਜਿਹੜੀ ਹੈ ਰੋਜ਼ ਸਿੱਖ ਕਰਦਾ ਹੈ। ਬੋਲ ਬਾਲੇ ਰਾਜ ਸੱਤਾ ਦੇ ਬੋਲ ਵੀ ਹੁੰਦੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖ ਦੇ ਵਿੱਚ ਐਸੇ ਬੋਲ ਬਾਲੇ ਵੀ ਦੇਖੇ ਹਨ। इन्हीं को सरदार बनाऊं, राज करने की जाच सिखाऊं। ਇਹ ਗੱਲਾਂ ਦੇ ਵਿੱਚੋਂ, ਬੋਲ ਬਾਲਿਆਂ ਦੇ ਵਿੱਚੋਂ ਵੀ ਰਾਜ ਸੱਤਾ ਦੀ ਖੁਸ਼ਬੂ ਆਉਂਦੀ ਹੈ। ਇਸ ਤਰ੍ਹਾਂ ਅਸੀਂ ਅਰਦਾਸ ਵਿੱਚ ਜਿਹੜੇ ਬੋਲ ਬਾਲੇ ਦੀ ਜਾਚਨਾ ਕਰਦੇ ਹਾਂ, ਉਹ ਇੱਕ ਤਰ੍ਹਾਂ ਦੇ ਨਾਲ ਗੁਰੂ ਅੱਗੇ ਬੇਨਤੀ ਪ੍ਰਾਰਥਨਾ ਕਰਦੇ ਹਾਂ ਜਾਂ ਇੱਕ ਗੁਰੂ ਨਾਲ ਬਚਨ ਵੀ ਕਰਦੇ ਹਾਂ ਕਿ ਅਜਿਹੇ ਗੁਣ ਪੈਦਾ ਕਰ ਸੱਚੇ ਪਾਤਸ਼ਾਹ ਜਿਨ੍ਹਾਂ ਤੋਂ ਸਾਨੂੰ ਤੇਰੇ ਹੁਕਮ ਮੰਨਣ ਦੀ ਜਾਚ ਆ ਜਾਏ, ਅਸੀਂ ਹੁਕਮ ਰਜਾਈ ਚੱਲਣ ਦੀ ਜਾਚ ਸਿੱਖ ਲਈਏ। ਤੇ ਇਹ ਆਸ ਕਲਗੀਧਰ ਪਾਤਸ਼ਾਹ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕੀਤੀ ਹੋਈ ਅਰਦਾਸ ਵੀ ਪ੍ਰਵਾਨ ਹੁੰਦੀ ਹੈ। ਅੱਜ ਦੇ ਜਿਹੜਾ ਪਹਿਰਾ ਹੈ ਉੱਥੋਂ ਖਾਲਸੇ ਦੀਆਂ ਕੁਝ ਮੰਗਾਂ ਸ਼ੁਰੂ ਹੋ ਜਾਂਦੀਆਂ ਹਨ। ਸਦੀਵੀ ਕਾਲ ਤੋਂ ਹੀ ਮਨੁੱਖ ਨੂੰ ਜਦੋਂ ਅਸੀਂ ਵੇਖਦੇ ਹਾਂ, ਝਾਤ ਮਾਰਦੇ ਹਾਂ, ਤਾਂ ਮਨੁੱਖ ਲੋੜਾਂ ਲਈ, ਥੋੜਾਂ ਲਈ ਇਹਦੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਹੀ ਘਰ ਬਣਿਆ ਹੋਇਆ ਹੈ। ਇਹ ਵੀ ਕਾਰਨ ਹੈ ਕਿ ਮਨੁੱਖ ਸਮਾਜ ਦੇ ਉੱਤੇ ਵੀ ਨਿਰਭਰ ਕਰਦਾ ਹੈ ਆਪਣੀਆਂ ਲੋੜਾਂ ਦੇ ਲਈ। ਦੂਜਿਆਂ ਪਾਸੋਂ ਸਹਾਰਾ ਲੱਭਦਾ ਹੈ, ਆਸਰਾ ਲੱਭਦਾ ਹੈ, ਇੰਪਲਾਇਮੈਂਟ ਮੰਗਦਾ ਹੈ, ਸਿਕਿਉਰਿਟੀ ਲੱਭਦਾ ਹੈ। ਇੱਥੋਂ ਤੱਕ ਕਿ ਵਿਚਾਰ ਵੀ ਦੂਜਿਆਂ ਦੇ ਪਾਸੋਂ ਵੀ ਮਨੁੱਖ ਕਈ ਵਾਰੀ ਲੈਣਾ ਚਾਹੁੰਦਾ ਹੈ। ਇਹ ਕਹਿ ਸਕਦੇ ਹਾਂ ਕਿ ਮਨੁੱਖ ਮੰਗਤਾ ਹੈ, ਮੰਗਣ ਵਾਲਾ ਹੈ। ਤੇ ਜਦੋਂ ਮੰਗਣ ਲਈ ਦੀ ਗੱਲ ਕਰਦਾ ਹੈ ਤਾਂ ਸਮਝ ਆਉਂਦੀ ਹੈ ਕਿ ਜਿਨ੍ਹਾਂ ਪਾਸੋਂ ਮੈਂ ਮੰਗ ਰਿਹਾ ਹਾਂ ਇਹ ਤਾਂ ਆਪ ਮੇਰੇ ਵਾਂਗੂ ਮੰਗਤੇ ਹਨ, ਇਹਨਾਂ ਪਾਸੋਂ ਕੀ ਮੰਗਾ। ਕਿਸੋਂ ਜਾਂਚੀ ਕਿਸ ਰਾਧੀ, ਸਭ ਕੋ ਕੀਤਾ ਹੋਸੀ,
ਜੋ ਜੋ ਦਿਸੇ ਵੱਡਾ ਵਡੇਰਾ, ਸੋ ਸੋ ਕਾਕੂ ਰਲਸੀ। हर जियो तेरी दाती राजा, मानस वपरा क्या सलाही, क्या तिसका मुहताजा। क्यों गुलामी करा, क्यों किसी के दर ते जावा, क्यों किसी के दर दियां ठोकरां खावा। समझ उदों आउंदी जदों गुरु के दर ते मनुख आउंदा है। जदों ये एहसास इहदे अंदर पैदा होता है, उदों फिर ये दतार वाले पासे मूँह करता है। जदों इस गुरु ये एहसास इहदे अंदर पैदा करता, ते मनुख का मूँह फिर निरंकार वाले पासे, परमेश्वर वाले पासे नूं हुंदा है। फिर परमेश्वर दे अगे झोली अड़ता है, क्योंकि उन्होंने समझ आ गई कि हम परमेश्वर ने देना भी है ते दे के पछताउणा भी नहीं है। दे के मनुख नूं ये भी नहीं कहना मैं तैनूं दिता है। हर कीआं सदा सदा वडियाइयां दे ना पछताए, वो पछताउंदा नहीं है। एक ऐसे दतार पासों सिख नूं मंगण लई एक हुक्म है, एक तगीद है, ते नाल ये भी दसी एक दतार छड्ड के होरनां तों मंगण नाल शर्म नाल, होरनां तों मंगण लई शर्म नाल मरना ही पैंदा है। गुरु पातशाह गुरु अर्जन देव महाराज का एक बचन आउंदा है, हो मांगू आन लिजामू, मैं किसी होर तो मंगा तो मैं शर्म ना मर जाता हाँ। सगल छत्रपत एको ठाकुर, कौन समसर लावू, तेरे बराबर किनू आवा, तेरे बराबर का कोई है ही नहीं, तेरे बराबर का कोई मैनूं नजर ही नहीं आता। इस वास्ते मांगू राम ते सब थूक, मैं जो कुछ मंगना है तेरे पासों मंगदा। इसे वास्ते ही मंगीए की, अगला सवाल ये शुरू हो गया, और मंगीए की। वो तो जो चाहिए असीं चाहते हैं वो दिंदा है। गुरु पातशाह गुरु रामदास महाराज का उड़ास के वार दे विच एक बचन आउंदा है, हर इको दाता सेविए हर एक ध्याईए, हर इको दाता मंगीए मन चिंदिया पाईए, जे दूजे पासों मंगीए तां लाज मराईए। केवल हंस के वार विच गुरु रामदास महाराज का पावन बचन है 590 अंक ते श्री गुरु ग्रंथ साहिब जी दे। हर इको दाता सेविए हर एक ध्याईए, हर इको दाता मंगीए मन चिंदिया पाईए, जे दूजे पासों मंगीए तां लाज मराईए। गुरु साहिब का बचन है। कई बारी असी मंगन लग्या भी सोचते नहीं, साडियां मंगां बड़ियां निगुड़ियां जिहियां ही हो जांदियां। एक बार एक छोटी जी कहानी आती है, एक राजा किसी ते प्रसन्न हो गया, तो बंदे नूं कहन लग्या, बंदिया मंग लै जो मंगना है, जिहड़ी प्रसन्नता तेरे ते हुई है। तो अगों दी मंग बड़ी निगुणी जही सी, कहंदा एक परात हलवे दी दे दिओ। हुण राजे पासों इहो जी मंग करनी तां राजे दा अपमान है। फिर जिहड़ा ये तो दुनियावी राजे की गल कीती है, दूजा पासे जिहड़ा साडा राजिआं दा राजा, पातशाह दा पातशाह है, अकाल पुरख वाहिगुरू परमेश्वर है, वो तो जो असीं मंगदे वो दिंदा है। पिता कृपाल आग्या ए दीनी, बारक मुख मांगे सो देना। वो तो साडे प्रभु का बिरध है, मलार रंग का बचन है गुरु जी का। तो वो राजिआं दा राजा, महाराजा दा महाराज, ਉਹਦੇ पासों तो छोटियां छोटियां मंगां शोभदियां ही नहीं। बदकिस्मती है साडी कि असीं फिर भी निगुणियां जिहियां मंगां ਉਹਦੇ ਕੋਲੋਂ हमेशा करते हैं, ਤੇ ਅਖੀਰ ਮੰਗਾਂ ਹੀ ਸਾਡੇ ਬੰਧਨ ਦਾ ਕਾਰਨ ਬਣ ਜਾਂਦੀਆਂ ਹਨ। ਅਸੀਂ ਪੈਸਾ ਮੰਗਦੇ ਹਾਂ, ਧਨ ਮੰਗਦੇ ਹਾਂ, ਧੀਆਂ ਪੁੱਤਰ ਮੰਗਦੇ ਹਾਂ, ਸੰਸਾਰਿਕ ਕਾਮਯਾਬੀ ਮੰਗਦੇ ਹਾਂ, ਸਿਹਤਯਾਬੀ ਮੰਗਦੇ ਹਾਂ, ਸ਼ੋਭਾ ਮੰਗਦੇ ਹਾਂ, ਵਡਿਆਈ ਮੰਗਦੇ ਹਾਂ, ਫਿਰ ਦੁਨਿਆਵੀ ਰੁਤਬੇ, ਦੁਨਿਆਵੀ ਅਹੁਦੇ, ਦੁਨਿਆਵੀ ਚੌਧਰ, ਸ਼ੋਭਾ, ਇਹ ਸਾਰਾ ਕੁਝ ਅਸੀਂ ਮੰਗਦੇ ਹਾਂ। ਪਰ ਅਜਿਹਾ ਕੁਝ ਨਹੀਂ ਮੰਗਦੇ ਜਿਹੜਾ ਮੰਗਣ ਤੇ ਦੁਬਾਰਾ ਸਾਨੂੰ ਹੋਰ ਮੰਗਣ ਦੀ ਲੋੜ ਹੀ ਨਾ ਪਵੇ। ਇਹ ਅਸੀਂ ਨਹੀਂ ਮੰਗਦੇ, जिस दिन मंगिया मंगन की लोड़ ही मुक जाए। ऐसी वस्तु तो फिर केवल वाहिगुरू दी
सिक्खी है, सिर्फ सलाह है। सिक्खी विच सिर्फ सलाह है। सिक्खी विच जीवन जाच है। सिक्खी विच जीवन का ढंग है। वो एक दात है सिक्खी, जिहड़ी असीं मंगदे नहीं। असीं आ मंगा तां मंगदे आ। साडे दाना सिर दान, सानूं पता नहीं साडा दाना सिर दान किहड़ा है। छोटियां छोटियां मंगां विच उलझ के, छोटियां छोटियां मंगां विच फस के असीं भुल ही गए कि साडी असली मंग किहड़ी है। ਇਹ ਜਿਹੜੀ ਮੰਗ ਗੁਰੂ ਸਾਹਿਬ ਜੀ ਨੇ ਸਪਹਿਰੇ ਦੇ ਵਿੱਚ ਗੱਲ ਕੀਤੀ, ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੂੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ। ਇਹ ਧਰਮ ਕਾ ਜੈਕਾਰ ਇਹਨਾਂ ਮੰਗਾਂ ਨਾਲ ਹੁੰਦਾ ਹੈ, ਜਿਹੜੀਆਂ ਮੰਗਾਂ ਦਾ ਜ਼ਿਕਰ ਗੁਰੂ ਪਾਤਸ਼ਾਹ ਜੀ ਨੇ ਇਹ ਜਿਹੜਾ ਮੰਗਾਂ ਦੇ ਪੰਥ ਨੇ ਇਸ ਅਰਦਾਸ ਦੇ ਵਿੱਚ ਕੀਤਾ ਹੈ। ਤਾਂ ਸਭ ਤੋਂ ਪਹਿਲਾਂ ਜਿਹੜਾ ਦਾਨ ਮੰਗਿਆ ਗਿਆ ਉਹ ਹੈ ਸਿੱਖੀ ਦਾ। ਅਕਾਲ ਪੁਰਖ ਦੀ ਹੁਕਮ ਨਾਲ ਜਿਹੜਾ ਮਤ ਸੰਸਾਰ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਨੇ ਬਖਸ਼ਿਸ਼ ਕੀਤਾ, ਉਹਦਾ ਨਾਮ ਹੈ ਸਿੱਖ ਮਤ, ਸਿੱਖ ਧਰਮ। ਤੇ ਸਿੱਖ ਧਰਮ ਦੀ ਜੋ ਪਰੰਪਰਾਵਾਂ ਹਨ, ਮਰਿਆਦਾ ਹਨ, ਦੋ ਰੀਤੀਆਂ ਹਨ, ਉਹਨਾਂ ਤੇ ਚੱਲਣਾ ਸਿੱਖੀ ਹੈ। ਹਰ ਧਰਮ ਦੇ ਨਿਯਮ ਹੁੰਦੇ ਨੇ, ਹਰ ਧਰਮ ਦੀਆਂ ਪਰੰਪਰਾਵਾਂ ਹੁੰਦੀਆਂ ਹਨ, ਨਿਯਮ ਹੁੰਦੇ ਹਨ, ਹਰ ਧਰਮ ਦੀਆਂ ਜੀਵਨ ਜਾਚ ਹੁੰਦੀ ਹੈ, ਵੇ ਆਫ ਲਾਈਫ ਹੈ। ਹਰ ਧਰਮ ਨੇ ਅਸੂਲ ਬਣਾਏ ਹੋਏ ਹਨ। ਇਹ ਕਹਿ ਸਕਦੇ ਹਾਂ ਕਿ ਸਿੱਖ ਧਰਮ ਦੀਆਂ ਜਿਹੜੀਆਂ ਰਹੁ ਰੀਤੀਆਂ ਹਨ, ਉਹਦਾ ਨਾਮ ਸਿੱਖੀ ਹੈ। ਇਹਦਾ ਮਤਲਬ ਇਹ ਹੋ ਗਿਆ, ਸਿੱਖੀ ਗੁਰੂ ਦੀ, ਉਸ ਵਾਹਿਗੁਰੂ ਦੀ ਸਿੱਖਿਆ ਅਨੁਸਾਰ ਜੀਵਨ ਬਤੀਤ ਕਰਨ ਦਾ ਇੱਕ ਢੰਗ ਹੈ। ਸਿੱਖੀ ਦਾਨ ਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਸਿੱਖੀ ਬਾਰੇ ਜ਼ਰੂਰ ਸਮਝ ਲਈਏ ਵੀ ਸਿੱਖੀ ਹੈ ਕੀ ਚੀਜ਼। ਉਹ ਸਿੱਖੀ ਗੁਰੂ ਦੀ, ਪਰਮੇਸ਼ਰ ਦੀ ਸਿੱਖਿਆ ਅਨੁਸਾਰ ਜੀਵਨ ਬਤੀਤ ਕਰਨ ਦੀ ਇੱਕ ਵਿਧੀ ਹੈ, ਇੱਕ ਤਰੀਕਾ ਹੈ, ਇੱਕ ਢੰਗ ਹੈ। ਸਿੱਖੀ ਹੁਕਮ ਰਜ਼ਾਈ ਚੱਲਣ ਦਾ ਇੱਕ ਮਾਰਗ ਹੈ। ਸਿੱਖੀ ਕੀ ਚੀਜ਼ ਹੈ? ਸਿੱਖੀ ਹੈ ਗੁਰਸਿੱਖੀ ਦਾ ਕਰਮ ਇਹ ਗੁਰ ਫਰਮਾਏ ਗੁਰਸਿੱਖ ਕਰਨਾ। ਭਾਈ ਗੁਰਦਾਸ ਜੀ, ਇਹ ਸਿੱਖੀ ਦਾ ਕਰਮ ਹੈ, ਸਿੱਖੀ ਦੀ ਨਿਸ਼ਾਨੀ ਹੈ। ਸਿੱਖੀ ਇੱਥੋਂ ਸ਼ੁਰੂ ਹੁੰਦੀ ਹੈ। ਗੁਰਸਿੱਖੀ ਦਾ ਕਰਮ ਇਹ ਗੁਰ ਫਰਮਾਏ ਗੁਰਸਿੱਖ ਕਰਨਾ। ਇਹ ਸਿੱਖੀ ਦਾ ਕਰਮ ਹੈ, ਰੀਤੀ ਹੈ ਸਿੱਖੀ ਦੀ। ਸਿੱਖੀ ਦੀ ਇਸ ਇਹ ਕਹਿ ਸਕਦੇ ਹਾਂ ਕਿ ਜਿਹੜਾ ਮਨੁੱਖ ਇਸ ਸਿੱਖੀ ਦੀ ਗੱਡੀ ਦੇ ਸਵਾਰ ਹੋ ਕੇ ਉਸ ਗੁਰੂ ਦੇ ਦਰ ਤੇ ਪਹੁੰਚ ਜਾਂਦਾ ਹੈ, ਉਹਦੇ ਅੰਦਰ ਹੀ ਕਰਤਾਰ ਆ ਕੇ ਵਸ ਜਾਂਦਾ ਹੈ ਤੇ ਉਹਦੇ ਜਨਮ ਮਰਨ ਦਾ ਬੰਧਨ ਖਤਮ ਹੋ ਜਾਂਦਾ ਹੈ। ਸਿੱਖੀ ਦਾਤ ਇੱਕ ਐਸੀ ਦਾਤ ਹੈ। ਇਹ ਦੂਜੇ ਲਫ਼ਜ਼ਾਂ 'ਚ ਮੈਂ ਗੱਲ ਕਰਾਂ, ਗੁਰਮੁਖ ਗਾਡੀ ਰਾਹ ਦਾ ਨਾਮ ਸਿੱਖੀ ਹੈ। ਜਿਹੜੀ ਗੁਰਮੁਖ ਗਾਡੀ ਰਾਹ ਚਲਾਇਆ ਭਾਈ ਗੁਰਦਾਸ ਜੀ ਲਿਖਦੇ ਨੇ, ਇਹ ਗੁਰਮੁਖ ਗਾਡੀ ਰਾਹ ਦਾ ਨਾਮ ਹੀ ਸਿੱਖੀ ਹੈ। ਇਹ ਮਾਰਗ ਕਿਸੇ ਇੱਕ ਜਾਤੀ ਜਾਂ ਇੱਕ ਸ਼੍ਰੇਣੀ ਜਾਂ ਇੱਕ ਕੌਮ ਲਈ ਜਾਂ ਨਹੀਂ ਹੈ, ਇਹ ਸਮੁੱਚੀ ਮਨੁੱਖਤਾ ਦਾ ਇੱਕ ਮਾਰਗ ਹੈ, ਉਹ ਸਿੱਖੀ ਹੈ। ਹਰ ਮਨੁੱਖ ਮਾਤਰ ਵਾਸਤੇ ਹੈ, ਪ੍ਰਾਣੀ ਮਾਤਰ ਵਾਸਤੇ ਹੈ ਸਿੱਖੀ। ਕੋਈ ਵੀ ਧਾਰਨ ਕਰ ਸਕਦਾ ਹੈ। ਜਿਹੜਾ ਵੀ ਪ੍ਰਾਣੀ ਸਤਿਗੁਰੂ ਜੀ ਦੇ ਉਪਦੇਸ਼ ਨੂੰ ਵਸਾ ਲੈਂਦਾ ਹੈ, ਗ੍ਰਹਿਣ ਕਰ ਲੈਂਦਾ ਹੈ, ਉਹ ਇਸ ਧਰਮ ਵਿੱਚ ਸਕੇ ਭਾਈ, ਸਕੇ ਭੈਣ ਦਾ ਦਰਜਾ ਰੱਖਦਾ ਹੈ। ਇੱਕ ਦੂਜੇ ਨਾਲ ਉਹਦੀ ਸਾਂਝ ਬਣ ਜਾਂਦੀ ਹੈ, ਜਿਹਨੂੰ ਸਹੋਦਰ ਦਾ ਨਾਮ ਵੀ ਦਿੱਤਾ ਗਿਆ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਸਾਰੇ ਮਨੁੱਖ ਮਾਤਰ ਨੂੰ ਇਸ ਰਿਸ਼ਤੇ ਵਿੱਚ ਬੰਨ੍ਹ ਕੇ ਗੁਰੂ ਨੇ ਆਪੋ ਵਿੱਚ ਜੋੜ ਦੇਣਾ, ਇਹ ਸਿੱਖੀ ਦੀ ਨਿਸ਼ਾਨੀ ਸੀ, ਸਿੱਖੀ ਦਾ ਉਦੇਸ਼ ਸੀ। ਕਿਉਂਕਿ ਇਹ ਸਾਰਿਆਂ ਨੂੰ ਮਿਲਾਉਣਾ ਸਿੱਖੀ ਦਾ ਮਾਰਗ ਹੈ, ਤੋੜਨਾ ਨਹੀਂ ਹੈ।
ਇਤਿਹਾਸ ਦੀ ਇੱਕ ਬੜੀ ਭਗਤ ਰਤਨਾਵਲੀ ਦੇ ਵਿੱਚ ਇੱਕ ਬੜਾ ਵਧੀਆ ਜ਼ਿਕਰ ਆਉਂਦਾ ਹੈ। ਭਾਈ ਫਿਰਨਾ ਤੇ ਭਾਈ ਜੋਧ ਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਕੋਲ ਜਾ ਕੇ ਸਿੱਖੀ ਬਾਰੇ ਉਪਦੇਸ਼ ਮੰਗਿਆ ਤਾਂ ਭਾਈ ਫਿਰਨੇ ਤੇ ਭਾਈ ਜੋਧ ਨੂੰ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਮਨ ਨੀਵੇਂ ਕਰਕੇ ਸਿੱਖੀ ਪ੍ਰਾਪਤ ਹੁੰਦੀ ਹੈ। ਜੇ ਤੁਹਾਡੇ ਸਰੀਰ ਪਾਸੋਂ ਸੇਵਾ ਸਿੱਖਾਂ ਦੀ ਹੋਵੇ ਤਾਂ ਸੋ ਕਰਨੀ। ਪਿੱਛਲ ਰਾਤੀ ਉੱਠ ਕੇ ਇਸ਼ਨਾਨ ਕਰਕੇ ਸ਼ਬਦ ਦਾ ਅਭਿਆਸ ਕਰਨਾ ਅਤੇ ਵਾਹਿਗੁਰੂ ਨੂੰ ਮਾਲਕ ਅਤੇ ਆਪ ਨੂੰ ਸੇਵਕ ਜਾਣ ਕੇ ਸਾਧ ਸੰਗਤ ਵਿੱਚ ਜਾ ਕੇ ਪ੍ਰੀਤ ਕਰਕੇ ਗੁਰੂ ਦਾ ਸ਼ਬਦ ਸੁਣਨਾ ਤੇ ਆਪਸ ਵਿੱਚ ਬਾਣੀ ਦਾ ਮੰਨਣ ਕਰਨਾ। ਇਹ ਭਗਤ ਰਤਨਾਵਲੀ ਦੇ ਵਿੱਚੋਂ ਹਵਾਲਾ ਸਾਨੂੰ ਮਿਲਦਾ ਹੈ, ਜੋ ਸਿੱਖੀ ਦਾਨ ਦੀ ਗੱਲ ਜਿੱਥੋਂ ਅਸੀਂ ਸ਼ੁਰੂ ਕਰਦੇ ਹਾਂ ਇਹ ਹਵਾਲੇ ਸਾਨੂੰ ਮਿਲਦੇ ਹਨ। ਇੱਥੋਂ ਗੱਲ ਸਪਸ਼ਟ ਜੀ ਹੁੰਦੀ ਹੈ ਕਿ ਸਿੱਖੀ ਨਿਮਰਤਾ, ਸੇਵਾ, ਸਿਮਰਨ, ਤਿਆਗ, ਹੁਕਮ ਰਜਾਈ ਚੱਲਣਾ, ਇਹ ਕੁਝ ਗੁਣਾਂ ਤੋਂ ਪੈਦਾ ਹੁੰਦੀ ਹੈ ਅਤੇ ਭਰਾਤਰੀ ਭਾਵਨਾ, ਏਕੇ ਦੀ ਭਾਵਨਾ ਦੇ ਨਾਲ ਸਤ ਸੰਗਤ ਵਿੱਚ ਜਾ ਕੇ ਪੱਕੀ ਹੁੰਦੀ ਹੈ। ਸਿੱਖੀ ਦੇ ਅਜਿਹੇ ਲੱਛਣ ਹੀ ਗੁਰੂ ਹਰਗੋਬਿੰਦ ਮਹਾਰਾਜ ਨੇ ਭਾਈ ਚੂੜ ਨੂੰ ਵੀ ਦਿੱਤੇ ਸਨ। ਭਾਈ ਚੂੜ ਜਿਹੜਾ ਸਿੱਖਾਂ ਦਾ ਜਥੇਦਾਰ ਹੈ, ਇਹਦੇ ਜੀਵਨ ਵੀ ਬੜਾ ਕਮਾਲ ਦਾ ਸੀ। ਮੈਂ ਸਿੱਖੀ ਦੀ ਕਮਾਈ ਦੀ ਗੱਲ ਕਰ ਰਿਹਾ। ਸਿੱਖੀ ਕੀ ਹੈ? ਕਰਤਾਰਪੁਰ ਦਾ ਨਗਰੀ ਜੋ ਜਲੰਧਰ ਦੇ ਨੇੜੇ ਹੈ, ਇੱਥੇ ਇੱਕ ਦੀਵਾਰ ਬਣਨੀ ਸੀ ਕਿਲੇ ਦੀ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਭਾਈ ਚੂੜ ਨੂੰ ਹੁਕਮ ਕੀਤਾ, ਭਾਈ ਚੂੜ ਜੀ ਸਿੱਖਾਂ ਨੂੰ ਜਾ ਕੇ ਕਹਿ ਦਿਓ ਕਿ ਇਸ ਦੀਵਾਰ ਬਣਾਉਣ ਦੇ ਲਈ ਇੱਟਾਂ ਲਿਆਉਣੀਆਂ ਹਨ, ਇੱਟਾਂ ਇਕੱਠੀਆਂ ਕਰਨ। ਭਾਈ ਚੂੜ ਜੀ ਨੇ ਹੁਕਮ ਸੁਣਿਆ ਤੇ ਆਪ ਇੱਟਾਂ ਢੋਣੀਆਂ ਸ਼ੁਰੂ ਕਰ ਦਿੱਤੀਆਂ। ਲਗਾਤਾਰ 3 ਦਿਨ ਦਿਨ ਰਾਤ ਮਿਹਨਤ ਕੀਤੀ। ਮੋਢੇ ਤੇ ਸਿਰ ਤੇ ਮੋਢਿਆਂ ਦੇ ਉੱਤੇ ਨਿਸ਼ਾਨ ਪੈ ਗਏ, ਇੱਟਾਂ ਦੇ ਛਿੱਲੇ ਗਏ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸਵਾਲ ਕੀਤਾ, ਭਾਈ ਚੂੜ ਇਹ ਕੀ ਹੈ? ਇਹ ਕੀ ਹੋਇਆ? ਤੈਨੂੰ ਤਾਂ ਕਿਹਾ ਸੀ ਸਿੱਖਾਂ ਨੂੰ ਕਹਿ ਦਿਓ ਵੀ ਇੱਟਾਂ ਲੈ ਕੇ ਆਉਣ। ਅੱਗੋਂ ਹੱਥ ਜੋੜ ਕੇ ਭਾਈ ਚੂੜ ਕਹਿਣ ਲੱਗਾ, ਪਾਤਸ਼ਾਹ ਤੁਹਾਡਾ ਸਿੱਖ ਬਣਨ ਦਾ ਇੱਕ ਛੋਟਾ ਜਿਹਾ ਯਤਨ ਹੀ ਤਾਂ ਕਰ ਰਿਹਾ। ਇਹ ਹੈ ਸਿੱਖੀ, ਇਹਨੂੰ ਸਿੱਖੀ ਕਹਿੰਦੇ ਨੇ। ਕਿਆ ਤਿਆਗ ਹੈ ਸਿੱਖਾਂ ਦੇ ਆਗੂਆਂ ਦੇ ਵਿੱਚ, ਕਿੰਨਾ ਸਿੱਖੀ ਲਈ ਦਰਦ ਹੈ ਸਿੱਖੇ ਆਗੂਆਂ ਦੇ ਵਿੱਚ। ਅੱਜ ਤੱਕ ਕੌਮ ਵੇਚੀ ਜਾ ਰਹੀ ਹੈ ਸਿੱਖ ਆਗੂਆਂ ਵੱਲੋਂ। ਅੱਜ ਕੌਮ ਦੇ ਆਗੂ ਜੇ ਅੱਜ ਤੁਲਨਾ ਕਰਕੇ ਦੇਖ ਲਓ ਤੇ ਸਾਨੂੰ ਸਮਝ ਆ ਜਾਏਗੀ ਸਿੱਖੀ ਦੇ ਅੰਦਰ ਜੋ ਅੱਜ ਦਸ਼ਾ ਹੋਈ ਉਹਦਾ ਕਾਰਨ ਕੀ ਹੈ। ਕਿਉਂਕਿ ਇਸ ਬੇਸਿਕ ਪ੍ਰਿੰਸੀਪਲ ਦੇ ਉੱਤੋਂ ਹੀ ਹਟ ਗਏ। ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ ਵੀ ਭਾਈ ਚੌਂਪਾ ਸਿੰਘ ਦੇ ਰਹਿਬਰਨਾਮੇ ਦੇ ਵਿੱਚੋਂ ਇੱਕ ਜ਼ਿਕਰ ਕੀਤਾ ਹੈ ਕਿ ਸਿੱਖੀ ਕੀ ਚੀਜ਼ ਹੈ। ਸਿੱਖੀ ਕੇਸਾ ਸਵਾਸਾਂ ਕੀ ਵਿਚਾਰ ਗੁਰਮਤਿ ਕਾ। ਬੜਾ ਕਮਾਲ ਦੀਆਂ ਗੱਲਾਂ ਨੇ। ਉੱਥੇ 52 ਬਚਨ ਉਹਨੇ ਕਰਕੇ ਲਿਖੇ ਨੇ। ਵਿੱਚੋਂ ਹੋ ਸਕਦਾ ਸਾਰੇ ਤਾਂ ਨਾ ਵੀ ਠੀਕ ਹੋਣ, ਲੇਕਿਨ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਜਿਹੜੇ ਕੁਝ ਬਚਨ ਸਾਡੀ ਸਮਝ ਵਿੱਚ ਆਉਂਦੇ ਨੇ। ਜਿਹਦੇ ਵਿੱਚ ਚਰਚਾ ਦੀ ਗੱਲ ਕੀਤੀ ਤਾਂ ਕਹਿੰਦੇ ਚਰਚਾ ਸ਼ਬਦ ਨਾਲ ਸ਼ਬਦ ਦੀ ਹੋਣੀ ਚਾਹੀਦੀ ਹੈ, ਕਿਰਤ ਧਰਮ ਦੀ ਹੋਣੀ ਚਾਹੀਦੀ ਹੈ, ਜਸ ਦੇਗ ਦਾ ਹੋਣਾ ਚਾਹੀਦਾ ਹੈ, ਪੂਜਾ ਅਕਾਲ ਕੀ ਹੋਣੀ ਚਾਹੀਦੀ ਹੈ, ਖੁਸ਼ਬੂ ਸਿੱਖੀ ਦੀ ਫੈਲਣੀ ਚਾਹੀਦੀ ਹੈ, ਸੋਭਾ ਸੇਵਾ ਦੀ ਹੋਣੀ ਚਾਹੀਦੀ ਹੈ। ਸਿੱਖੀ ਦੇ ਗੁਣ ਦੱਸ ਰਹੇ ਹਨ। ਬਚਨਾਂ ਦਾ ਬਲੀ ਹੋਣਾ ਚਾਹੀਦਾ ਹੈ। ਅੱਖਾਂ ਦੀ ਲਾਜ ਹੋਣੀ ਚਾਹੀਦੀ ਹੈ। ਲਾਜ ਨੈਣ ਕੀ, ਉਹਦੇ ਵਿੱਚ ਜੋ ਲਫ਼ਜ਼ ਲਿਖਿਆ ਹੋਇਆ। ਹਿਆਸ ਅੱਖੀਂ ਕੀ। ਘੋਂਡਕ ਜਿਹੜਾ ਸਿੱਖੀ ਦਾ ਹੈ ਪਰ ਨਾਰੀ ਦਾ ਹੈ। ਗ੍ਰਸਤ ਭਲੀ ਨਾਰ ਦਾ ਹੈ। ਰਹਿਣਾ ਹਜ਼ੂਰੀ ਦਾ ਹੈ, ਗੁਰੂ ਦੀ ਹਜ਼ੂਰੀ ਚ ਰਹਿਣਾ ਅਸਲ ਰਹਿਣਾ ਹੈ। हुक्म गुरु का, सेवक सिक्खी की, आज्ञा ग्रंथ की, दीदार खालसे का, जागना हरि जस दा, इशनान केसां दा। ਇਹ ਕੁਝ ਬਚਨ ਹਨ ਜਿਹੜੇ ਸਿੱਖੀ ਦੇ ਦਰਸਾਉਂਦੇ ਹਨ।
त्यागना विकारां दा, वरतना सुचेत होके, समाज में सुचेत होके रहना, बोलण दी मर्यादा है, मर्यादा विच बोलना, हिरदे दी रहत रखनी, गुरु दे हुक्म नूं मनना ही विवेक है, विवेक मनन का, सेवा सिख की, सिख गुरु का, प्रीत गुरबाणी की, पहल माता पिता दी, पढ़ना शौक दा, गाना कंठ का, जीतना मन का, सरदारी टहल की, भाव अंदर का, वंड खान होंदे दा, चेतावनी भलाई दी, मरना मारना पापां दा, वर्तन जुगत दी, अमल प्रसादे दा, बल शब्द का, वादा धर्म का, नाता सिक्खी का, ते तृष्णा हरि दे परमात्मा दे भजन दी। ये गल्लां बड़ियां सामने आउंदियां ने कि सिक्खी केसां सवासां दी है, रहत नूं जिंदगी नालों प्यारा मनण दी है, रहत विखावे दी नहीं है, अंदर दी हृदय दी रहत, अंदरों अंदरों सिक्खी नाल प्यार होवे, अंदर दे भाव दी है, अंदर दे प्रेम दी है, मनण दी है, विवेक दी है। इत्थे सत बचन दी गल कीती गई है, इत्थे समाज दी भले दी गल कीती गई है सिक्खी दे विच, जिहड़ा सिक्खी नूं सिक्खी दान दी असीं गल करदे हां। पूजा अकाल दी है, उस अकाल दा जो सर्व शक्तिमान है, जिहड़ी भगती दे शक्ति दा है। बड़े खूबसूरत बचन आउंदे हन भगत रत्नावली दे विच। उन्हां ने भी एक बड़ा कमाल दा लफ्ज़ लिखिया, जिहड़ा भाई चूड़ दी गल कीती सी, तां गुरु हरगोबिंद महाराज दा एक बचन आउंदा, कहंदे ने, मन नीवा सेवा टहल साध संगत की संग, शब्द दा अभ्यास समझ ज्ञान, जिसनों जगत को झूठ ते परमात्मा को सत जाता है, सो सिख है। तुसां सारे एक वाहिगुरू नूं जानना है। ये सिक्खी दी परिभाषा है जिहड़ी भगत रत्नावली विच लिखी हुई है। तो भगती वो विहार है जो गुरमत दा विचार है, शब्द दा चर्चा है, गुरु ग्रंथ दा हुक्म ते गुरु ग्रंथ दी आग्या दे विच रहना, ये सिक्खी है। फिर सिक्खी विच धर्म दी किरत है, नाम जपना मन छकना किरत करनी, जिहड़ी गल कीती है धर्म दी किरत ही है। तो वजीवका धर्म दी किरत राही होनी चाहिए है। बिना प्रसादे तो होर अमल नहीं रखना, अमल केवल प्रसादे का चाहिए। अपनी कमाई विचों लोड़वंदां नाल वंड के छकना, घाल खाए कि छत्थों दे, नानक राह पछाणे से दा मार्ग है। ते देग दा जस कायम करना, भाव घर आए हुए हर लोड़वंद लई देग हमेशा तैयार रखनी, ते सिर्फ आकी लई तेग दा तेग दी तैयारी रखनी। सिक्खी दा सिद्धांत है, सिक्खी है। आए गए दी सेवा करनी, देख हथों दे के भला बनाना, पर मंगन तो शर्म करनी। सेवा दी शोभा ते टहल दी सरदारी नूं कायम करना। हुण सिक्खी दा नाता की है? गृहस्थ विच विचरना, पर नारी दा त्याग करना, गुर भाइयां दे नाल प्रीत ਵਧਾਉਣੀ, सारियां नूं अपने भैन भरा करके जानना, खालसे विचों सतगुरु दे दर्शन करने, ते संगत विचों परमेश्वर दा दीदार करना। ऐसी जीवन जुगत नाल धर्म दा वाधा करना कि सिक्खी दी महक जिहड़ी है वो संसार तक चली जाए। इहो सिक्खी दी परिभाषा है। इहनूं सिक्खी दी परिभाषा कहंदे हन। वो की परिभाषा है? सिक्खी सिक्ख्या गुर विचार, सिक्खी दी परिभाषा है। इहनूं सिक्खी दी परिभाषा कहा जाता है। गुरु प्रताप सूरज दे ग्रंथ दे गल जे करिए, भाई संतोख सिंह जी ने 5 प्रकार की सिक्खी उहदे दसी है। एक धंधे की,
एक देखा देखी दी, हिरसी, सिदकी अवरेखी दी, पंचम अहे भाव की बने। थोड़ी जी ਇਹਦੀ व्याख्या कर ਲਈਏ। ਧੰਦੇ ਦੀ ਸਿੱਖੀ ਬਈ ਮਤਲਬ ਦੀ ਸਿੱਖੀ। ਧੰਦੇ ਦਾ ਮਤਲਬ ਕੰਮ ਹੋਵੇ ਤਾਂ ਸਿੱਖ ਨੂੰ ਬੁਲਾ ਲੈਣਾ, ਨਹੀਂ ਹੋਵੇ ਤਾਂ ਨਹੀਂ ਬੁਲਾਉਣਾ। ਇਹ ਜਿਮ ਨਿਗੁਰੀ ਮਤਲਬ ਦੀ, ਜਿਹਦਾ ਕੋਈ ਮਤਲਬ ਨਹੀਂ ਹੈ। ਧੰਦੇ ਦੀ ਸਿੱਖੀ ਪਰਿਵਾਰ ਨਹੀਂ ਹੈ। ਦੇਖਾ ਦੇਖੀ ਦੀ, ਭੇਡ ਚਾਲ ਦੀ, ਸ਼ਬਦ ਦੀ ਸਮਝ ਤੋਂ ਬਿਨਾਂ ਦੂਜਿਆਂ ਨੂੰ ਵੇਖ ਕੇ ਉਵੇਂ ਕਰਨਾ ਜਿਵੇਂ ਉਹ ਕਰੀ ਜਾਂਦੇ ਹਨ, ਸਮਝ ਨਾ ਹੋਣਾ, ਇਹ ਭੇਡ ਚਾਲ ਦੀ ਸਿੱਖੀ ਵੀ ਪਰਿਵਾਰ ਨਹੀਂ ਹੈ। ਤੀਜਾ, ਲੋਭ ਦੀ ਹਿਰਸ ਰੱਖਣੀ, ਪਦਾਰਥਾਂ ਦੇ ਲੋਭ ਵਿੱਚ ਖਚਤ ਹੋ ਕੇ ਆਪਣੇ ਆਪ ਦੀ ਸੋਝੀ ਤੋਂ ਖਾਲੀ, ਗੁਰਮਤਿ ਸਿੱਖਿਆ ਤੋਂ ਸਿੱਖੜੇ ਹੋ ਕੇ ਜ਼ਿੰਦਗੀ ਬਤੀਤ ਕਰਨੀ, ਸਿਰਫ ਲਾਲਚੀ ਕਰਕੇ ਵੀ ਇੱਥੇ ਆ ਕੇ ਚਲੋ ਲੰਗਰ ਦਾ ਪ੍ਰਸ਼ਾਦਾ ਤਾਂ ਮਿਲਦਾ ਹੀ ਹੈ, ਹੋਰ ਨਹੀਂ ਕੁਝ ਮਿਲਦਾ, ਤਾਂ ਲਾਲਚ ਵਿੱਚ ਆ ਕੇ ਸਿੱਖੀ ਨੂੰ ਧਾਰਨ ਕਰਨਾ, ਇਹ ਸਿੱਖੀ ਨਹੀਂ ਹੈ। ਚੌਥੀ ਸਿੱਖੀ ਹੈ ਸਿਦਕ ਦੀ ਸਿੱਖੀ, ਜਿਹੜਾ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ। ਕਹਿੰਦੇ ਗੁਰੂ ਤੇ ਵਿਸ਼ਵਾਸ ਵਾਲੀ ਸਿੱਖੀ, ਔਖੇ ਵੇਲੇ ਸਿਦਕ ਤੇ ਕਾਇਮ ਰਹਿਣ ਵਾਲੀ ਸਿੱਖੀ, ਸਰੀਰ ਨੂੰ ਝੂਠ ਜਾਣ ਕੇ, ਮਿੱਥਿਆ ਜਾਣ ਕੇ ਸਿੱਖੀ ਦੇ ਆਦਰਸ਼ਾਂ ਤੋਂ ਕੁਰਬਾਨ ਕਰਨ ਵਾਲੀ ਸਿੱਖੀ, ਇਹ ਉਹ ਸਿੱਖੀ ਹੈ ਜਿਹਦੇ ਵਿੱਚ ਧਰਮੇ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰੇ ਨਾਲ ਚਰਾਏ ਗਏ, ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਪਰ ਧਰਮ ਨਹੀਂ ਹਾਰਿਆ। ਇਹ ਹੈ ਸਿੱਖੀ, ਇਹ ਸਿਦਕੀ ਸਿੱਖੀ ਹੈ, ਸਿਦਕ ਦੀ ਸਿੱਖੀ ਹੈ। ਇੱਕ ਸਿੱਖੀ ਭਾਵਨਾ ਵਾਲੀ, ਹਰ ਵੇਲੇ ਪਿਆਰ ਵਿੱਚ ਜੁੜੇ ਰਹਿਣਾ, ਲਿਵ ਜੋੜੀ ਰੱਖਣੀ, ਸਤਿਗੁਰ ਦੀ ਸਿਫਤ ਸਲਾਹ 'ਚ ਲੱਗੇ ਰਹਿਣਾ, ਤੇ ਆਪਣੇ ਗੁਰ ਭਾਈਆਂ ਦੇ ਨਾਲ ਜਾਂ ਸਤਸੰਗੀਆਂ ਦੇ ਨਾਲ ਪ੍ਰੇਮ ਵਾਲਾ ਵਿਹਾਰ ਕਰਨਾ। ਤੇ ਅਰਦਾਸ ਵਿੱਚ ਜਿਹੜਾ ਸਿੱਖੀ ਦੀ ਮੰਗ ਕੀਤੀ ਗਈ ਹੈ, ਉਹ ਸਿਦਕ ਤੇ ਭਾਵਨਾ ਵਾਲੀ ਸਿੱਖੀ ਹੈ, ਪਹਿਲੀਆਂ ਸਿੱਖੀ ਨਹੀਂ। ਦੇਖਾ ਦੇਖੀ ਦੀ ਪਰਿਵਾਰ ਨਹੀਂ, ਉਹਦੇ 'ਚ ਹਿਰਸ ਵਾਲੀ ਸਿੱਖੀ ਪਰਿਵਾਰ ਨਹੀਂ, ਧੰਦੇ ਦੀ ਸਿੱਖੀ ਪਰਿਵਾਰ ਨਹੀਂ। ਇੱਥੇ ਜਿਹੜੀ ਸਿੱਖੀ ਪ੍ਰਵਾਨ ਕੀਤੀ ਗਈ ਹੈ, ਅਰਦਾਸ ਵਿੱਚ ਜਿਹੜੀ ਮੰਗ ਕੀਤੀ ਗਈ ਹੈ, ਉਹ ਸਿੱਖੀ ਉੱਚਤਮ ਸਿੱਖੀ ਹੈ, ਕੇਸਾਂ ਸਵਾਸਾਂ ਨਾਲ ਨਿਭਾਉਣ ਲਈ ਹੈ। ਇਹ ਦਾਨ ਕੇਵਲ ਆਪਣੇ ਲਈ ਨਹੀਂ ਮੰਗਿਆ ਗਿਆ, ਇਹ ਸਾਰੇ ਸੰਸਾਰ ਵਿੱਚ ਵਸਦੇ ਹੋਏ ਸਿੱਖਾਂ ਲਈ ਮੰਗਿਆ ਗਿਆ। ਇਹ ਕੇਵਲ ਆਪਣੇ ਲਈ ਨਹੀਂ ਮੰਗਿਆ ਗਿਆ ਜਿਹੜਾ ਸਿੱਖੀ ਦਾਨ ਦੀ ਗੱਲ ਕੀਤੀ ਹੈ। ਗੁਰਸਿੱਖੀ ਬੜੀ ਕਠਿਨ ਘਾਲਣਾ ਹੈ। ਗੁਰਬਾਣੀ ਦੇ ਵਿੱਚ ਇਹਨੂੰ ਖੰਡੇ ਦੀ ਧਾਰ ਦੇ ਤੁਰਨ ਨਾਲ ਵਡਿਆਈ ਕੀਤੀ ਗਈ ਹੈ। ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਆਨੰਦ ਸਾਹਿਬ ਵਿੱਚ ਅਸੀਂ ਪੜ੍ਹਦੇ ਹਾਂ। ਚਾਲਾ ਨਰਾਲੀ ਭਗਤਾਂ ਕੇਰੀ, ਵਿਖਮ ਮਾਰਗ ਚੱਲਣਾ, ਲਬ ਲੋਭ ਹੰਕਾਰ ਤਾ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਇਹ ਹੈ ਸਿੱਖੀ, ਇਹ ਖੰਡੇ ਧਾਰ ਦਾ ਮਾਰਗ ਹੈ। ਮਾਨ ਮੋਹ ਮੇਰਾ ਤੇਰਾ ਸਭ ਇਸ ਸਿੱਖੀ ਦੇ ਵਿੱਚ ਮਨਾ ਹਨ। ਇਸ ਸਿੱਖੀ ਦੇ ਵਿੱਚ ਇਹ ਚੀਜ਼ਾਂ ਪਰਵਾਹ ਨਹੀਂ ਹਨ। ਇੱਥੇ ਮਨ ਦੀ ਮਤ ਤਿਆਗਣ ਦੀ ਗੱਲ ਹੈ, ਦੂਜਾ ਭਾਵ ਵਿਸਾਰ ਕੇ ਗੁਰੂ ਦੀ ਮੱਤ ਤੇ ਚੱਲਣ ਦੀ ਗੱਲ ਕੀਤੀ ਗਈ ਹੈ। ਇੱਥੇ ਤਾਂ ਇਤ ਮਾਰਗ ਚੱਲੇ ਭਾਈੜੇ, ਗੁਰ ਕਹੇ ਸੁਕਾਰ ਕਮਾਏ ਜਿਉ, ਤਿਆਗੇ ਮਨ ਕੀ ਬਤੜੀ, ਵਿਸਾਰੇ ਦੂਜਾ ਭਾਉ ਜਿਉ, ਇਉਂ ਭਾਵੇਂ ਹਰ ਦਰਸਾਵੜਾ, ਨਾ ਲਾਗੇ ਤੱਤੀ ਵਾਉ ਜਿਉ ਦਾ ਮਾਰਗ ਹੈ। ਇਹ ਮਾਰਗ ਹੈ, ਇਹ ਮਾਰਗ ਹੈ ਗੁਰਸਿੱਖੀ ਬਰੀਕ ਹੈ, ਖੰਡੇ ਧਾਰ ਗਲੀ ਅਤ ਭੀੜੀ ਵਾਲਾ, ਇਹ ਮਾਰਗ ਹੈ। ਇਹ ਮਾਰਗ ਹੈ ਸ਼ਬਦ ਸੁਰਤ ਲਵਲੀਨ ਹੋ, ਸਾਧ ਸੰਗਤ ਵਿੱਚ ਮੇਲ ਮਿਲਾਇਆ, ਹੁਕਮ ਰਜਾਈ ਚੱਲਣਾ, ਆਪ ਗਵਾਏ ਨਾ ਆਪ ਜਨਾਇਆ, ਗੁਰ ਉਪਦੇਸ਼ ਅਵੇਸ਼ ਕਰ, ਪਰ ਪੁਕਾਰ ਲਚ ਆਚਾਰ ਲੁਭਾਇਆ, ਪ੍ਰਭ ਪਿਆਲਾ ਅਪਿਓ ਪੀ, ਸਹਿ ਸਮਾਈ ਅਜਰਜ ਸਮਾਇਆ, ਸਹਿ ਸਮਾਈ ਅਚਰਜ ਜ਼ਰਾਇਆ। ਇਹ ਸਿੱਖੀ ਹੈ। ਮਿੱਠਾ ਬੋਲਣ, ਦੇਵ ਚੱਲਣ, ਹੱਥੋਂ ਦੇ ਕੇ ਭਲਾ ਬਣਾਇਆ, ਇੱਕ ਮਨ ਇੱਕ ਅਰਾਧਨਾ,
ਦੁਬਦਾ ਦੂਜਾ ਭਾਉ ਮਿਟਾਇਆ, ਗੁਰਮੁਖ ਸੁਖ ਫਲ ਨਿਜ ਪਦ ਪਾਇਆ। ਉਹ ਸਿੱਖੀ ਹੈ। ਇਸੇ ਸਿੱਖੀ ਦੀ ਗੱਲ ਕੀਤੀ ਗੁਰੂ ਰਾਮਦਾਸ ਮਹਾਰਾਜ ਨੇ। ਗੁਰ ਸਤਿਗੁਰੂ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠਰ ਨਾਮ ਧਿਆਵੇ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੇ। ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਸਭ ਕਿਲੁਖ ਪਾਪ ਦੋਖ ਲੈ ਜਾਵੇ। ਫਿਰ ਚੜੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਇਹ ਸਿੱਖੀ ਹੈ। ਜੋ ਸਾਥ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੇ। ਇਸ ਸਿੱਖੀ ਦੀ ਗੱਲ ਕੀਤੀ ਗਈ ਹੈ। ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ। ਜਦ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਾ ਨਾਮ ਜਪਾਵੇ। ਇਹ ਸਿੱਖੀ ਦੀ ਗੱਲ ਹੈ। ਇਹ ਸਿੱਖੀ ਦੀ ਗੱਲ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ। ਉਹਦੀ ਨਿਤ ਸਿੱਖ ਦੀ ਨਿਤ ਦੀ ਕਿਰਿਆ ਕੀ ਹੈ? ਭਾਈ ਸਾਹਿਬ ਕਹਿੰਦੇ ਗੁਰੂ ਇਤਿਹਾਸ ਦੀ ਪੜਚੋਲ ਕਰੀਏ ਤਾਂ ਇੱਕ ਗੱਲ ਬੜੀ ਸਪਸ਼ਟ ਹੈ। ਜਿਹੜੀ ਸਿੱਖ ਦੇ ਜੀਵਨ ਦੀ ਕਿਰਿਆ ਹੈ, ਜਿਹੜੀ ਸਿੱਖੀ ਦੀ ਗੱਲ ਭਾਈ ਸਾਹਿਬ ਨੇ ਕੀਤੀ ਹੈ, ਉਹ ਹੈ ਸਾਧ ਸੰਗਤ ਵਿੱਚ ਜਾ ਕੇ ਸ਼ਬਦ ਸੁਰ ਦਾ ਮੇਲ ਕਰਨਾ, ਭਾਵ ਲਿਵ ਨੂੰ ਪੂਰੇ ਧਿਆਨ ਨਾਲ ਜੋੜਨਾ, ਪ੍ਰਭੂ ਦੇ ਹੁਕਮ ਭਾਣੇ ਵਿੱਚ ਚੱਲਣਾ। ਮੈਂ ਮੇਰੀ ਨੂੰ ਮਾਰ ਕੇ ਆਪਾ ਭਾਵ ਕਦੇ ਵੀ ਨਾ ਜਤਾਉਣਾ। ਫਿਰ ਮਨ ਕਰਕੇ ਗੁਰੂ ਉਪਦੇਸ਼ ਦਾ ਵਾਸਾ ਕਰਨਾ, ਮਨ ਕਰਕੇ ਗੁਰੂ ਦੀ ਸਿੱਖਿਆ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣਾ, ਪਰਉਪਕਾਰ ਦੇ ਕੰਮਾਂ ਵਿੱਚ ਦਿਲ ਖੋਲ ਕੇ ਹਿੱਸਾ ਲੈਣਾ। ਇਹ ਸਿੱਖੀ ਦੀ ਗੱਲ ਹੈ। ਜਿਹੜੇ ਇਹੋ ਜਿਹੇ ਗੁਰਸਿੱਖ ਹਨ, ਉਹ ਅੰਮ੍ਰਿਤ ਦਾ ਪ੍ਰੇਮ ਰਸ ਦਾ ਪਿਆਲਾ ਪੀ ਕੇ ਆਤਮਿਕ ਡੋਲਤਾ ਵਿੱਚ ਲੀਨ ਹੋ ਜਾਂਦੇ ਹਨ। ਉਹਦੀ ਮੰਗ ਕੀਤੀ ਗਈ ਹੈ। ਆਪਣੇ ਜਪ ਤਪ ਗਿਆਨ ਧਿਆਨ ਕਿਸੇ ਪ੍ਰਕਾਰ ਨੂੰ ਪ੍ਰਗਟ ਨਹੀਂ ਕਰਦੇ। ਇਸ ਸਮੂਲਕ ਦਾਤ ਦੀ ਜਿਹੜੀ ਅਜ਼ਰ ਵਸਤੂਆਂ ਨੂੰ ਜਰ ਲੈਂਦੇ ਹਨ, ਹਉਮੈ ਵਿੱਚ ਨਹੀਂ ਆਉਂਦੇ। ਮਿੱਠਾ ਬੋਲਣਾ, ਨੀਵਾਂ ਚੱਲਣਾ, ਨਿਮਰਤਾ 'ਚ ਰਹਿਣਾ, ਕਿਸੇ ਤੋਂ ਕੁਝ ਲੈਣ ਦੀ ਬਜਾਏ ਆਪਣੇ ਹੱਥੋਂ ਦੇਣਾ, ਇਹ ਸਿੱਖੀ ਦੀ ਮੰਗ ਕੀਤੀ ਗਈ ਹੈ। ਭਾਵ ਕੀ ਹੈ? ਸਤ ਸੰਤੋਖ ਦਇਆ ਧਰਮ ਧੀਰਜ ਸ਼ੁਭ ਗੁਣ, ਇਹਨਾਂ ਦੇ ਭੰਡਾਰੇ ਹਨ। ਇਸ ਸਿੱਖੀ ਦੇ ਵਿੱਚ ਇਹ ਸਾਰੇ ਆ ਜਾਂਦੇ ਹਨ। ਇਹ ਆਪਣੇ ਇਹਨਾਂ ਗੁਣਾਂ ਦੇ ਕਰਕੇ ਹੀ ਸਿੱਖ ਹੋਰਨਾਂ ਨੂੰ ਵੀ ਸਮਾਰਕ ਤੇ ਤੋਰਨ ਦੇ ਯੋਗ ਹੋ ਜਾਂਦਾ ਹੈ। ਇਸੇ ਗੁਣਾਂ ਨੂੰ ਹੀ ਸਿੱਖੀ ਦੇ ਵਿੱਚ ਪਰਉਪਕਾਰੀ ਹੋਣ ਦੀ ਗੱਲ ਕੀਤੀ ਹੈ। ਇਸੇ ਗੁਣਾਂ ਦੇ ਹੋਣ ਵਾਲੇ ਨੂੰ ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰਉਪਕਾਰੀ ਆਏ ਤਾਂ ਗੱਲ ਨਾਲ ਯਾਦ ਕੀਤਾ ਜਾਂਦਾ ਹੈ। ਸਿੱਖੀ ਦਾ ਗੁਣ ਪਰਉਪਕਾਰ ਹੈ। ਇਹ ਗੱਲ ਯਾਦ ਰੱਖਣਾ। ਇਹ ਬਰੀਕ ਹੈ, ਅਤ ਭੀੜੀ ਹੈ। ਜਿੱਥੇ ਨਾ ਮੱਛਰ ਟਿਕਦਾ ਤੇ ਨਾ ਕੀੜੀ ਚੱਲ ਸਕਦੀ ਹੈ, ਇੰਨਾ ਭੀੜਾ ਮਾਰਗ ਹੈ ਜਿਹੜਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ। ਗੁਰਸਿੱਖੀ ਬਰੀਕ ਹੈ, ਖੰਡੇ ਤਾਰ ਗਲੀ ਅਤ ਭੀੜੀ, ਉੱਥੇ ਟਿਕੇ ਨਾ ਭੁਲਣਾ ਚੱਲ ਨਾ ਸਕੇ ਉੱਪਰ ਕੀੜੀ, ਉੱਥੇ ਚੱਲ ਹੀ ਨਹੀਂ ਸਕਦੀ। ਐਸਾ ਮਾਰਗ ਹੈ। ਇਹੋ ਜਿਹਾ ਮਾਰਗ ਹੈ ਜਿਹੜੀ ਅਵਗੜ ਘਾਟੀ ਹੈ। ਭਗਤ ਕਬੀਰ ਨੇ ਵੀ ਦਾ ਜ਼ਿਕਰ ਕੀਤਾ। ਇੱਕ ਅਵਗੜ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ। ਕਬੀਰ ਚੜ ਗਿਆ ਉਸ ਘਾਟੀ ਦੇ ਉੱਤੇ, ਉਹਦੇ 'ਚ ਗੁਣ ਆ ਗਏ ਹਨ। ਭਾਵੇਂ ਇਹ ਘਾਟੀਆਂ ਚੜਦਿਆਂ ਬੈਲ ਮਨੁੱਖੇ ਜੀਵਨ ਦਾ ਥੱਕ ਜਾਂਦਾ ਹੈ। ਇੱਕ ਹੋਰ ਜ਼ਿਕਰ ਆਉਂਦਾ ਹੈ, ਘਟ ਅਵਕਟ ਡੂਗਰ ਘਨਾ, ਇੱਕ ਨਿਰਗੁਣ ਬੈਲ ਹਮਾਰ, ਰਮਈਏ ਸੁਖ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ। ਭਗਤ ਰਵਿਦਾਸ ਜੀ ਦਾ ਔਖੀ ਘਾਟੀ ਹੈ। ਇਹ ਦਰ ਦੇ ਠੋਕਰਾਂ ਹਨ ਜੀਵਨ ਦੇ ਵਿੱਚ, ਪਰ ਖਿਆਲ ਕਰਨਾ ਜੀਵਨ ਦੀਆਂ ਇਹਨਾਂ ਠੋਕਰਾਂ ਦੇ ਵਿੱਚੋਂ ਵੀ ਮਨੁੱਖ ਨੇ ਉੱਚੇ ਹੋ ਕੇ ਨਿਕਲਣਾ ਹੈ।
ये तो हंस विरती रख के निकलना है। गुरु के चरणों तो कमाल हो जाना ये सिक्खी है। ये ऐसी सिक्खी की मंग अरदास दे विच जिहड़ी कीती गई है। फिर बड़ी खूबसूरत उदाहरण दी भाई गुरु साहब भाई गुरदास जी ने, कहते गुरसिक्खी का मुख अंग एकता है, आपसी मिलन का मार्ग है। गुरमुखा की प्रीत है, किहो जी होनी चाहिए है, उहदे गुण भी दसे हैं। पूरी दियां पूरियां वारा ही भाई साहब भाई गुरदास जी ने इहदे बारे लिखिया हुई हैं। चंदन वास बनास्पत बावन चंदन चंदन होई, फल में चंदन बावना आद अनाद बेअंत विसरोई। सारे वारां दे विच जिक्र हो कीता गया है। चंदन दे सिफत है, सिक्खी दे अंदर भी एक ऐसी जड़ होनी चाहिए, खुशबू होनी चाहिए सिख दे अंदर, ऐसे गुणों का अंदर वासा होना चाहिए है कि उहदे खुशबू नाल ही गल बनती नजर आती हो। पर मांस वर्गा खाली ना होवे, क्यों? मांस अंदरों खाली है, बाहरों बड़ा लंबा ढोंगड़ा है, जिहड़ा चंदन के नेड़े होके भी कभी सुगंधी नहीं रहिंदा, अपनी होमे ते हंकार दे विच ही जिंदगी नूं बतीत कर लैंदा है। इस वास्ते सिक्खी दे जिहड़े गुणां दी गल अरदास विच कीती गई है, वो गुण भी बेअंत हन। उन्हां गुणां दा जिक्र भी बहुत ही कमाल दा है। एक होर जिक्र आउंदा भगत रत्नावली दे विच, सिक्खी सरूप ते उहदी प्राप्ति दे लई किहड़ी जुगती होनी चाहिदी है। उत्थे लिखिया भाई साहब भाई मनी सिंह दे नाम ते लिखी मिलदी है, बचन होआ मन नीवे करके सिक्खी प्राप्त हुंदी है। जो साडे शरीर पासों सेवा सिखां दी होए आवे सो करनी, पिछल रात उठ के इशनान करना, शब्द का अभ्यास करना, वाहिगुरू नूं मालिक ते अपने आप नूं सेवक जानना, गुरु का शब्द सुनना, आपस विच बाणी नूं मनना। तो ये जिक्र भी सानू उहदे चों मिलदा है। सिक्खी दे गुणां दे विचों गुरु हरगोबिंद सच्चे पातशाह जी दरबार विच भाई चूड़ जी जो सिखां दे आगू सी हाजिर होए, आके बेनती की, सच्चे पातशाह मैनू सिक्खी दे बूटे बारे कोई जानकारी बख्शो, मेरी सोझी बख्शो। गुरुदेव ने अगों जवाब दिता, भाई चूड़ जी सिक्खी दे बूटे की जड़ निमरता है, जे निमरता नहीं तो सिक्खी का बीज प्रफुल्लित नहीं हुंदा। सेवा टहल सिक्खी दीयां टाहणियां हन। उद्यम नाल, शौक नाल, चाह दे नाल सेवा करनी सिख दा कर्म है। जिवें भाई मंझ ने कीती, भाई बहलो ने कीती, भाई सहलो ने कीती, भाई सालो ने कीती। सिक्खी दे पत्ते सत्संगत है, इहदी घड़ी छां विच ही ठंडक है। सत्संगत दी छां दे विच ठंडक है। फुल सिक्खी दे शब्द दी सोझी है। सिक्खी नूं फुल लगदे ने शब्द दी सोझी दे। इस तो ही अंदर खिड़दा है, जीवन महकदा है। फल सिक्खी दा फल की है? देह विच वदेह दी प्राप्ति, अंदर वसदे हुए निरंकार दा दीदार, ये सिक्खी दा फल है। कितनी गल औखी है। एक बार एक सवाल आता है, गुरु अर्जन देव महाराज के दरबार च एक सवाल आया, पातशाह तुहाडी निगाह च पूरे गुरसिख किहड़े ने, किन्ने होणगे? गुरु जी ने उत्तर दिता 4.5। बड़ा डूंगा भाव सी।
4.5 ਦਾ ਕੀ ਮਤਲਬ ਹੋਇਆ? ਸਿੱਖਾਂ ਨੇ ਪੁੱਛਿਆ, ਪਾਤਸ਼ਾਹ 4.5? ਤਾਂ ਗੁਰੂ ਅਰਜਨ ਦੇਵ ਜੀ ਨੇ ਪਹਿਲੇ 4 ਗੁਰੂ ਸਾਹਿਬਾਨ, ਗੁਰੂ ਨਾਨਕ ਦੇਵ ਪਾਤਸ਼ਾਹ, ਗੁਰੂ ਅੰਗਦ ਸਾਹਿਬ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਪਾਤਸ਼ਾਹ ਦਾ ਨਾਂ ਲੈ ਕੇ ਬੋਲੇ, ਇਹ 4 ਪੂਰੇ ਤੇ ਮੈਂ ਅੱਧਾ ਅਧੂਰਾ। ਅਜੇ ਮੈਂ ਸਿੱਖ ਬਣਨ ਦਾ ਹੋਰ ਯਤਨ ਕਰ ਰਿਹਾ ਹਾਂ, ਯਤਨਸ਼ੀਲ ਹਾਂ। ਜਦ ਤੱਕ ਜ਼ਿੰਦਗੀ ਹੈ ਇਨਸਾਨ ਸਿੱਖਦਾ ਰਹਿੰਦਾ ਹੈ। ਇਹ ਹੈ ਸਿੱਖੀ ਦੀ ਗੱਲ। ਉਹੀ ਭਾਈ ਮੰਝ ਜਿਹਦੀ ਸਿੱਖੀ ਦੀ ਗੱਲ ਕੀਤੀ ਸੀ, ਮੰਝ ਪਿਆਰਾ ਗੁਰੂ ਕੋ, ਗੁਰੂ ਪਿਆਰਾ ਮੰਝ, ਮੰਝ ਗੁਰੂ ਕਾ ਬੋਹਿ ਥਾ ਜਗ ਲੰਘਣ ਹਾਰਾ। ਖੂਹ ਵਿੱਚ ਡਿੱਗ ਪਿਆ ਪਰ ਪਰਵਾਹ ਨਹੀਂ ਕੀਤੀ ਜਾਣ ਦੀ। ਆਪ ਸਾਰੇ ਸਾਖੀ ਜਾਣਦੇ ਹੋ, ਮੈਂ ਦੁਹਰਾਵਾਂਗਾ ਨਹੀਂ। ਭਾਈ ਬਹਿਲੋਂ ਅੰਮ੍ਰਿਤਸਰ ਦੀਆਂ ਇੱਟਾਂ ਲੱਗਣੀਆਂ ਨੇ, ਇਹਨਾਂ ਨੇ ਆਵਾ ਤਿਆਰ ਕੀਤਾ। ਆਵੇ ਦੇ ਵਿੱਚ ਕਿਸੇ ਨੇ ਕਿਹਾ ਵੀ ਇੱਟਾਂ ਲਾਲ ਰੰਗ ਦੀਆਂ ਬੜੀਆਂ ਖੂਬਸੂਰਤ ਨਿਕਲਦੀਆਂ ਹਨ, ਜੇ ਇਹਦੇ ਚ ਮੈਲਾ ਭਾਵ ਗੰਦਗੀ ਬੰਦੇ ਦੀ ਮੱਲ ਜਿਹੜੀ ਲਿਆ ਕੇ ਪਾਈ ਜਾਵੇ। ਤਾਂ ਭਾਈ ਬਹਿਲੋਂ ਨੇ ਇਹ ਸਾਰੀ ਮੱਲ ਇਕੱਠੀ ਕਰਕੇ ਸ਼ਹਿਰ ਦੀ ਉੱਥੇ ਆ ਕੇ ਇੱਟਾਂ ਦੇ ਆਵੇ ਚ ਪਾਉਂਦੇ ਰਹੇ। ਔਰ ਇਹਨੂੰ ਛਾਤੀ ਨਾਲ ਲਾ ਕੇ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਸੀ, ਭਾਈ ਬਹਿਲੋਂ ਸਭ ਤੋਂ ਪਹਿਲਾਂ ਇਹ ਸਿੱਖੀ ਕਮਾਈ ਹੈ। ਸਭ ਤੋਂ ਪਹਿਲਾਂ ਦਾ ਖਿਤਾਬ ਦਿੱਤਾ। ਭਾਈ ਸਾਲੋ ਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਸਿੱਖੀ ਦਾ ਕੋਤਵਾਲ ਦਾ ਖਿਤਾਬ ਦਿੱਤਾ ਸੀ। ਇਹ ਵੀ ਗੁਰਪ੍ਰਤਾਪ ਸੂਰੇ ਦੇ ਵਿੱਚ ਕਵੀ ਸੰਤੋਖ ਸਿੰਘ ਦੀਆਂ ਮੈਂ ਪਹਿਲਾਂ ਬੇਨਤੀ ਕੀਤੀ ਹੈ ਵੀ ਇਹ ਗ੍ਰੰਥ ਸਾਡੇ ਸਰੋਤ ਹਨ, ਪਰ ਇਹਦੇ ਵਿੱਚੋਂ ਸਾਨੂੰ ਹੰਸ ਬਿਰਤੀ ਰੱਖ ਕੇ ਹੀ ਸਰੋਤਾਂ ਦਾ ਸੇਧ ਲੈਣੀ ਪਏਗੀ। ਕਿਉਂ? ਕਿਉਂਕਿ ਕਹਿੰਦੇ ਸੀ ਇਹ ਭਾਈ ਸਾਲੋ ਸਿੱਖੀ ਦਾ ਕੋਤਵਾਲ ਹੈ, ਇਹਨੂੰ ਖੋਟੇ ਤੇ ਖਰੇ ਦਾ ਪਤਾ ਲੱਗ ਜਾਂਦਾ ਹੈ। ਖੋਟੇ ਖਰੇ ਕੀ ਕਰੇ ਸੰਭਾਲ। ਜਿਹੜਾ ਵੀ ਆਉਂਦਾ ਸੀ ਚੱਲ ਕੇ ਬਾਹਰੋਂ, ਭਾਈ ਸਾਲੋਂ ਦੀ ਧਰਮਸ਼ਾਲਾ ਵਿੱਚ ਟਿਕਦਾ। ਪਰ ਭਾਈ ਸਾਲੋਂ ਉੱਥੇ ਹੀ ਖੋਟੇ ਖਰੇ ਦੀ ਪਛਾਣ ਕਰ ਲੈਂਦੇ ਸੀ। ਕਿਸ ਭਾਵਨਾ ਨਾਲ ਸਿੱਖ ਜਿਹੜਾ ਹੈ ਉਹ ਸੰਗਤ ਵਿੱਚ ਆਇਆ ਹੈ। ਤਾਂ ਸਿੱਖ ਇੱਕ ਪਰੰਪਰਾ ਹੈ। ਸਿੱਖ ਜਦੋਂ ਸਿੱਖ ਪੂਰਨਤਾ ਦੀਆਂ ਸਿਖਰਾਂ ਨੂੰ ਜਾ ਕੇ ਛੂੰਹਦਾ ਹੈ ਤਾਂ ਉਹਦੇ ਵਿੱਚੋਂ ਫਿਰ ਗੁਰੂ ਦਾ ਦੀਦਾਰ ਹੁੰਦਾ ਹੈ। ਜਦੋਂ ਭਾਈ ਲਹਿਣਾ ਪੂਰਾ ਹੋਇਆ, ਗੁਰੂ ਨਾਨਕ ਜੋਤ ਉਹਦੇ ਵਿੱਚ ਟਿਕ ਗਈ। ਜਦੋਂ ਗੁਰੂ ਬਾਬਾ ਅਮਰਦਾਸ ਜੀ ਪੂਰੇ ਹੋਏ, ਸਿੱਖੀ ਦੇ ਧਾਰ ਵਿੱਚ ਪੂਰਨ ਹੋ ਗਏ, ਗੁਰੂ ਅੰਗਦ ਸਾਹਿਬ ਤੋਂ ਸਿੱਖੀ ਕਬੂਲ ਲਈ, ਫਿਰ ਆਪ ਉਹਨਾਂ ਅੱਗੇ ਨਮਸਕਾਰ ਕੀਤੀ। ਇਸੇ ਤਰ੍ਹਾਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜਾਂ ਨੂੰ ਸਾਜਿਆ, ਖਾਲਸੇ ਦੀ ਸਿਰਜਣਾ ਕੀਤੀ, ਤੇ ਜਦੋਂ ਉਹ ਸੰਪੂਰਨ ਹੋ ਗਏ ਤੇ ਉਹਨਾਂ ਪਾਸੋਂ ਸਿੱਖ ਪਾਸੋਂ ਗੁਰੂ ਨੇ ਅੰਮ੍ਰਿਤ ਦੀ ਦਾਤ ਮੰਗੀ। ਕਿੰਨੀ ਕੀਮਤੀ ਦਾਤ ਹੈ। ਗੁਰੂ ਵੀ ਸਿੱਖ ਪਾਸੋਂ ਮੰਗ ਰਿਹਾ ਹੈ। ਗੁਰੂ ਨੂੰ ਲੋੜ ਨਹੀਂ ਸੀ ਸਿਰਫ ਇਸ ਵਾਸਤੇ ਕਿ ਕੱਲ ਨੂੰ ਕੋਈ ਸਿੱਖ ਇਹ ਨਾ ਕਹਿ ਸਕੇ ਮੈਨੂੰ ਅੰਮ੍ਰਿਤ ਦੀ ਲੋੜ ਨਹੀਂ, ਮੇਰਾ ਮਨ ਬੜਾ ਸਾਫ਼ ਹੈ, ਮੈਂ ਤਾਂ ਸਾਰੇ ਗੁਣ ਮੇਰੇ ਮੈਂ ਧਾਰਨ ਕਰਨੇ ਮੇਰੇ ਅੰਦਰ ਹਨ, ਮੈਂ ਕੀ ਕਰਨੀ ਅੰਮ੍ਰਿਤ ਦਾਤ। ਪਰ ਗੁਰੂ ਪਾਤਸ਼ਾਹ ਜੀ ਨੇ ਉਹਨਾਂ ਪਾਸੋਂ ਅੰਮ੍ਰਿਤ ਦਾਤ ਇਸ ਕਰਕੇ ਮੰਗੀ। ਜਦੋਂ ਵੀ ਕਦੀ ਇਤਿਹਾਸਿਕ ਹਵਾਲਿਆਂ ਦੇ ਆਪਾਂ ਦੇਖਦੇ ਹਾਂ, ਗੁਰੂ ਪਾਤਸ਼ਾਹ ਦੇ ਜੀਵਨ ਕਾਲ ਨੂੰ ਦੇਖਦੇ ਹਾਂ, ਤੇ ਭਾਈ ਪਾਰੋ ਝੁਲਕਾ ਦਾ ਨਾਮ ਆਉਂਦਾ ਹੈ, ਜੋ ਜਿਹਨੂੰ ਗੁਰੂ ਅਮਰਦਾਸ ਮਹਾਰਾਜ ਨੇ ਪਰਮਹੰਸ ਦਾ ਖਿਤਾਬ ਦਿੱਤਾ ਸੀ। ਪਰਮਹੰਸ ਦਾ ਖਿਤਾਬ। ਰੋਜ਼ ਬਿਆਸ ਨੂੰ ਪਿਆਰ ਕਰਕੇ ਗੋਇੰਦਵਾਲ ਦਰਸ਼ਨਾਂ ਨੂੰ ਆਉਣਾ। ਉਹਦਾ ਸੁਲਤਾਨਪੁਰ ਦੇ ਨੇੜੇ ਪਿੰਡ ਹੈ ਭਾਈ ਪਾਰੋ ਝੁਲਕਾ ਦਾ, ਜਿੱਥੇ ਦੇ ਬਹੁਤ ਗੁਰਸਿੱਖ ਹਨ ਹੋਏ ਹਨ। ਉਸ ਪਿੰਡ ਦਾ ਨਾਮ ਮੈਨੂੰ ਪੂਰਾ ਜੇ ਯਾਦ ਨਹੀਂ ਆ ਰਿਹਾ, ਹੋ ਸਕਦਾ 2-4 ਮਿੰਟ ਚ ਆ ਵੀ ਜਾਵੇ, ਲੇਕਿਨ ਉੱਥੋਂ ਦੀ ਮੈਂ ਲਿਸਟ ਪੜ੍ਹ ਕੇ ਆਇਆ ਆਪ, ਕਿੰਨੇ ਗੁਰਸਿੱਖਾਂ ਦੀ ਲਿਸਟ ਉੱਥੇ ਲੱਗੀ ਹੋਈ ਹੈ ਜਿਹੜੇ ਉਸ ਪਿੰਡ ਦੇ ਵਿੱਚੋਂ ਗੁਰੂ ਘਰ ਦੇ ਵਿੱਚ ਪ੍ਰਵਾਨ ਹੋਏ। ਇਹੋ ਹੀ ਸੀ ਭਾਈ ਪਾਰੋ ਝੁਲਕਾ, ਜਿਹਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਸਿੱਖੀ ਦਾ ਪ੍ਰਚਾਰਕ ਥਾਪਿਆ ਤੇ ਕਿਹਾ ਸੀ ਤੁਹਾਡੀ ਸੇਵਾ ਤੋਂ ਅਸੀਂ ਬੜੇ ਖੁਸ਼ ਹੋਏ ਹਾਂ। ਅੱਗੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਆ ਕਮਾਲ ਦੇ ਬੋਲ ਸਨ ਭਾਈ ਪਾਰੋ ਝੁਲਕਾ ਦੇ ਨਿਮਰਤਾ ਦੇ ਵਿੱਚ ਆ ਕੇ ਦੋ ਕੇ ਕਹਿਣ ਲੱਗਾ, ਪਾਤਸ਼ਾਹ ਤੁਹਾਡੇ ਕੋਲੋਂ ਹੀ ਤਾਂ ਸਿੱਖਿਆ ਹੈ, ਤੁਹਾਡੇ ਕੋਲੋਂ ਤਾਂ ਸਿੱਖੀ ਦੀ ਦਾਤ ਲਈ ਹੈ। ਭਾਵ ਗੁਰੂ ਅਮਰਦਾਸ ਮਹਾਰਾਜ ਤੋਂ ਸਿੱਖੀ ਮਿਲੀ ਹੈ। ਤਾਂ ਸਿੱਖੀ
ਜਿਹੜਾ ਗੁਣ ਸਿੱਖਾਂ ਨੂੰ ਸਿੱਖੀ ਦਾਨ ਮੰਗਿਆ ਗਿਆ, ਇਹ ਸਾਡੀ ਆਪਣੀ ਚਲਾਕੀ ਦੇ ਨਾਲ ਨਹੀਂ ਮਿਲਦਾ, ਇਹ ਤਾਂ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਮਿਲਦਾ ਹੈ। ਇਸ ਲਈ ਸਿੱਖ ਨੇ ਰੋਜ਼ ਗੁਰੂ ਦੇ ਅੱਗੇ ਅਰਦਾਸ ਚਾਚਨਾ ਕਰਨੀ ਹੈ ਕਿ ਆਪ ਸਹੰਦੇ ਦੁੱਖ ਜਗ ਵਰਸਾਇਆ, ਕੋ ਬਿਰਲੇ ਹੀ ਸਨਮੁਖ ਭਾਣਾ ਪਾਇਆ ਦੇ ਗੁਣ ਸਾਡੇ ਅੰਦਰ ਵੀ ਆ ਜਾਣ, ਅਸੀਂ ਵੀ ਉਹ ਸਿੱਖ ਬਣਨ ਦਾ ਨਿਮਾਣਾ ਜਾਂ ਯਤਨ ਕਰਕੇ ਦੇਖ ਲਈਏ। ਇਹ ਹੈ ਸਿੱਖੀ ਦਾਨ ਦੀ ਪਰਿਭਾਸ਼ਾ। ਜਿਹੜਾ ਸਿੱਖੀ ਦੇ ਜੀਵਨ ਦੀ ਗੱਲ, ਇਹੋ ਜਿਹਾ ਸਿੱਖ ਦਾ ਜੀਵਨ ਹੈ ਜਿਹਦਾ ਦਾਨ ਗੁਰੂ ਪਾਸੋਂ ਅਰਦਾਸ ਵਿੱਚ ਅਸੀਂ ਸਵੇਰੇ ਸ਼ਾਮ ਮੰਗਦੇ ਹਾਂ। ਅਰਦਾਸ ਕਰੀਏ, ਮਹਾਰਾਜ ਐਸੇ ਗੁਨਾਹ ਦੀ ਇੱਕ ਕਣੀ ਜਿਹੀ ਵੀ ਸਾਡੀ ਜ਼ਿੰਦਗੀ 'ਚ ਵਸਾ ਦਿਓ, ਤਦ ਕਿ ਸਾਡਾ ਵੀ ਲੋਕ ਪਰਲੋਕ ਸੁਹੇਲਾ ਹੋ ਜਾਏ। ਇਹਨੇ ਬਚਨ ਪ੍ਰਵਾਨ ਕਰਨੇ ਜੀ। ਹੋਈਆਂ ਭੁੱਲਾਂ ਦੀ ਖਿਮਾ, ਪਿਆਰ ਸਤਿ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।